सिंपल प्लीज तू इदा गल ना कर। रणवीर बेचारा पहला ही बड़ा परेशान आ ते मजबूर है। हुण तू इदा ओदी अपंगता या डिसेबिलिटी दा मजाक नहीं ना उड़ा सकदी। प्लीज इदा ना कर, उन्हें बेचारे नूं बुरा लगेगा। आई एम सॉरी, मैं तो बस ना क्यूरियोसिटी दी विच ही ना तुहानूं ये सब कुछ पुछ बैठी जो मेरे दिमाग 'च सी ते मूंह ते आ गया। वीरे भाभी रेडी है, बट डोंट वरी, तुसी पहला पेपर रीड करो, भाभी वेट करन। कोई लोड़ नहीं। देख हुण तेनू जो चाहिए तेनू मिल गया, पर मैनू जो चाहिए कदों मिलेगा? मैनू थानू भी जल्दी मिल जाएगा, बहुत जल्दी। मैं तुहानू बहुत परेशान कर रहे हैं ना? नहीं ते बिल्कुल भी नहीं। तुसी मैनू भला परेशान क्यों करोगे? नाले मसा तो मैनू तुहाडी देखभाल करने का मौका मिले, हमेशा तुसी मेरी देखभाल करदे हो, ध्यान रखदे हो। हुण परमात्मा ने कुछ दिन दिते ने मैनू कि मैं तुहाडा ध्यान रख सका। तुहाडे बिना की करदा? कुछ नहीं कर सकता। मैं तुहानू अपने बिना रहन ही नहीं देना, हमेशा तुहाडे नाल रहूंगी। हाँ यार, हाँ ऑब्वियसली मैं तो अपनी सिंगल लाइफ बहुत वधिया इंजॉय कर रही हूँ। हाँ आफ्टर ऑल हुण किसी के सामने ना एज वाइफ कोई दिखावा नहीं करना पेगा। चंगा होया मैनू इहदे तो ना मुक्ति मिली है। हाँ बिल्कुल यार, मैं इस गल नूं एक्सेप्ट कर लिता है कि अरमान ना हुण अपनी एक्स वाइफ देशो दे नाल अपनी बाकी दी जिंदगी कटना चाहते ने। मैं भी गल एक्सेप्ट कर ली है कि मैं अपनी सिंगल लाइफ च खुश हाँ बहुत। हाँ हाँ एग्जैक्टली, हुण एक्सेप्ट कर ही लिया। हाँ हुण अरमान अपने राह ने ते मैं अपने राह, साडे दोहां दे राह ना बिल्कुल अलग ही ने। पर तैनूं एक गल पता, इस सब करन दे बदले ना मैनू की मिल रहा? पूरा दा पूरा बिजनेस। हाँ हाँ अरमान नूं देशों चाहिदी है ते मैनू मेरा बिजनेस। बस
पूरी लाइफ की सिक्योरिटी है, आराम ना खाऊंगी, ऐश करूंगी, बढ़िया जिंदगी जीवांगी ना यार। आ तुसी की कितना है? ਮੈਨੂੰ ਨਾ ਸਾਫ਼-ਸਾਫ਼ ਨਜ਼ਰ ਆ ਰਿਹਾ ਤੇਰਾ ਇਸ ਡੀਲ ਤੋਂ ਨਾ ਬੈਨੀਫਿਟ ਹੋਣਾ ਸਟਾਰਟ ਹੋ ਗਿਆ, ਪਰ ਮੇਰਾ ਕੀ? ਮੈਨੂੰ ਨਹੀਂ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਮੇਰਾ ਲਾਭ ਕਿੱਥੇ ਹੈ। ਤੇ ਤੁਹਾਨੂੰ ਇਦਾਂ ਕਿਉਂ ਲੱਗਦਾ ਪਿਆ? ਕਿਉਂਕਿ ਤੇਰੇ ਤਾਂ ਸਾਈਨ ਹੋ ਚੁੱਕੇ ਨੇ ਨਾ ਪੇਪਰਸ ਤੇ, ਪਰ ਮੇਰਾ ਦੇਸ਼ੋ ਦਾ ਕੀ? ਦੇਸ਼ੋ ਮੇਰੀ ਲਾਈਫ 'ਚ ਵਾਪਸ ਕਦੋਂ ਆਏਗੀ? ਵੈਲ ਤੁਹਾਡੀ ਗੱਲ ਵੀ ਅੱਗੇ ਤੁਰ ਪਏਗੀ, ਬਸ ਜਦੋਂ ਰਣਵੀਰ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏਗਾ ਨਾ ਕਿ ਉਹਨੇ ਅੰਨੇਵਾਹ ਪੇਪਰਾਂ ਤੇ ਸਾਈਨ ਕਰਕੇ ਕਿੰਨੀ ਵੱਡੀ ਗਲਤੀ ਕੀਤੀ ਹੈ। ਪਰ ਮੇਰਾ ਪੁਆਇੰਟ ਇਹ ਆ, ਮੈਨੂੰ ਇਹ ਸਮਝ ਨਹੀਂ ਲੱਗ ਰਿਹਾ ਕਿ ਇਹ ਪੇਪਰਸ ਤੇ ਸਾਈਨ ਕਰਕੇ ਫਾਇਦਾ ਕੀ ਹੋਏਗਾ। ਮਤਲਬ ਰਣਵੀਰ ਤੇ ਦੇਸ਼ੋ ਦੇ ਵਿੱਚ ਡਿਫਰੈਂਸਸ ਕਦੋਂ ਆਉਣਗੇ, ਕਦੋਂ ਉਹਨਾਂ ਦੇ ਵਿੱਚ ਖਟਾਸ ਆਏਗੀ? ਚਲੋ ਮੈਨੂੰ ਇੱਕ ਗੱਲ ਦੱਸੋ, ਅਸੀਂ ਕਿਉਂ ਨਹੀਂ ਸੀ ਚਾਹੁੰਦੇ ਕਿ ਰਣਵੀਰ ਉਹਨਾਂ ਪੇਪਰਸ ਨੂੰ ਪੜ੍ਹੇ? ਜਦੋਂ ਪੇਪਰਸ ਪੜ੍ਹਨ ਲੱਗਾ ਸੀ ਤਾਂ ਸਾਡੇ ਦੋਹਾਂ ਦੇ ਸਾਹ ਕਿਵੇਂ ਸੁੱਕ ਗਏ ਸੀ? ਅਜਿਹਾ ਕਿਉਂ ਹੋਇਆ? ਕਿਉਂਕਿ ਆਪਾਂ ਨੂੰ ਇਹ ਡਰ ਸੀ ਕਿ ਰਣਵੀਰ ਨੂੰ ਸਾਡੀ ਡੀਲ ਦੇ ਪਿੱਛੇ ਜਿਹੜੀ ਸਾਜ਼ਿਸ਼ ਆਪਾਂ ਰਚਦੇ ਪਏ ਆ ਉਹਨੂੰ ਪਤਾ ਨਾ ਚੱਲ ਜਾਵੇ, ਬਸ। ਐਗਜ਼ੈਕਟਲੀ। ਤੇ ਜੇ ਇਹ ਡੀਲ ਹੋ ਜਾਂਦੀ ਹੈ ਤਾਂ ਉਸ ਤੋਂ ਤੁਸੀਂ ਕੀ ਸਮਝਦੇ ਹੋ? ਫਿਰ ਕੀ ਹੋਏਗਾ? ਕੰਟਰੈਕਟ ਦੇ ਹਿਸਾਬ ਨਾਲ ਉਹ ਪੈਸਾ ਗਵਾ ਦੇਣਗੇ ਜਿਹੜਾ ਕੰਪਨੀ ਕੋਲ ਹੈ ਹੀ ਨਹੀਂ। ਨਿਸ਼ਚਿਤ ਤੌਰ ਤੇ ਉਹ ਰਕਮ ਤਾਂ ਕਦੇ ਵੀ ਨਹੀਂ ਜਿਹੜੀ ਉਹ ਗਵਾਉਣ ਵਾਸਤੇ ਖੜੇ ਨੇ। ਬਿਲਕੁਲ ਸਹੀ। ਪਰ ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕਰਨ ਦੇ ਨਾਲ ਤੇ ਰਣਵੀਰ ਤੇ ਦੇਸ਼ੋ ਦਾ ਰਿਸ਼ਤਾ ਖਰਾਬ ਕਿਵੇਂ ਹੋਏਗਾ? ਮੇਰੇ ਕੋਲ ਦੇਸ਼ੋ ਵਾਪਸ ਕਦੋਂ ਆਊਗੀ? ਸ਼ਾਂਤ, ਤੁਸੀਂ ਨਾ ਇੱਕਦਮ ਮੂਰਖ ਹੋ ਅਰਮਾਨ, ਮੂਰਖ। ਆਪਣਾ ਦਿਮਾਗ ਲਾਓ, ਜ਼ਰਾ ਸੋਚੋ। ਰਣਵੀਰ ਨੇ ਇਸ ਡੀਲ ਦੀ ਸਾਈਨ ਕੀਤੇ, ਤੂੰ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ ਤੇ ਇਸ ਡੀਲ ਦੇ ਨਾਲ ਉਹਦਾ ਇੰਨਾ ਜ਼ਿਆਦਾ ਨੁਕਸਾਨ ਹੋਏਗਾ ਨਾ ਕਿ ਉਹ ਭਰਪਾਈ ਤੱਕ ਨਹੀਂ ਕਰ ਪਾਏਗਾ। ਤੇ ਇਸ ਸਥਿਤੀ ਦੇ ਵਿੱਚ ਨਾ ਦੇਸ਼ੋ ਆਏਗੀ ਉਹਦੀ ਮਦਦ ਕਰਨ ਲਈ, ਤੇ ਦੇਸ਼ੋ ਵੀ ਨਾ ਇਸ ਮੁਸੀਬਤ ਦੇ ਵਿੱਚ ਫਸ ਜਾਏਗੀ। ਤੇ ਫਿਰ ਰਣਵੀਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਹੈ ਕਿ ਉਹਦੀ ਅਸਮਰਥਾ ਕਰਕੇ ਨਾ ਦੇਸ਼ੋ ਬਿਜ਼ਨਸ ਆਪਣੀ ਪਕੜ ਨਹੀਂ ਬਣਾ ਪਾ ਰਹੀ। ਔਰ ਰਣਵੀਰ ਦੇਸ਼ੋ ਦਾ ਫਿਊਚਰ ਸਿਕਿਉਰ ਤੇ ਸੇਫ ਦੇਖਣਾ ਚਾਹੁੰਦਾ ਹੈ ਤੇ ਇਸ ਸਭ ਲਈ ਨਾ ਉਹ ਦੇਸ਼ੋ ਦੀ ਜ਼ਿੰਦਗੀ ਤੋਂ ਦੂਰ ਚਲਾ ਜਾਏਗਾ। ਅਜਿਹਾ ਉਹਨੂੰ ਕਰਨਾ ਹੀ ਪੈਣਾ। रणवीर, कल तुसी पेपर्स ते साइन करते सी? ਤੁਸੀਂ ਕਿਸ ਬਾਰੇ ਗੱਲ ਕਰ? ਜਿਹੜੇ ਅਰਮਾਨ ਤੇ ਸਿੰਪਲ ਪੇਪਰ ਲੈ ਕੇ ਆਏ ਸੀ ਕੰਟਰੈਕਟ ਵਾਲੇ, ਉਹਨਾਂ ਤੇ ਤੁਸੀਂ ਸਾਈਨ ਕਰ ਦਿੱਤੇ ਸੀ ਕੱਲ। ਹਾਂ, ਪਰ ਹੋਇਆ ਕੀ ਹੈ? ਤੁਸੀਂ ਬਿਨਾਂ ਪੜੇ ਪੇਪਰਸ ਤੇ ਸਾਈਨ ਕਰਤੇ ਸੀ। ਅਬ ਕੀ ਹੈ, ਸਾਨੂੰ ਇੰਨੀ ਜਲਦੀ ਚ ਬੁਲਾਇਆ? ਸਭ ਠੀਕ ਤਾਂ ਹੈ? ਤੁਹਾਨੂੰ ਦੋਨਾਂ ਨੂੰ ਇਹ ਸਵਾਲ ਵੈਸੇ ਪੁੱਛਣਾ ਤੇ ਨਹੀਂ ਚਾਹੀਦਾ। ਜੇ ਤੁਹਾਨੂੰ ਦੋਨਾਂ ਨੂੰ ਪਤਾ ਸੀ ਕਿ ਅਸੀਂ ਇਹ ਕੰਟਰੈਕਟ ਹੋਲਡ ਤੇ ਰੱਖਿਆ ਹੋਇਆ ਹੈ ਤੇ ਤੁਸੀਂ ਦੋਨੋਂ ਕਿੱਦਾਂ ਮੰਨ ਸਕਦੇ ਹੋ ਇਸ ਕੰਟਰੈਕਟ ਲਈ? ਤੁਹਾਨੂੰ ਅੰਦਾਜ਼ਾ ਵੀ ਹੈ ਕਿ ਅਸੀਂ ਕਿੰਨੇ ਲਾਸ 'ਚ ਜਾਣ ਵਾਲੇ ਹਾਂ ਇਸ ਕੰਟਰੈਕਟ ਤੋਂ ਬਾਅਦ। ਤੇ ਸ਼ਾਇਦ ਸਾਨੂੰ ਪੱਲਿਓ ਪੈਸੇ ਵੀ ਲਾਉਣੇ ਪੈਣ। ਰਣਵੀਰ ਨੇ ਆਪ ਹੀ ਤਾਂ ਉਹਨਾਂ ਪੇਪਰਸ ਤੇ ਸਾਈਨ ਕੀਤਾ। ਰਣਵੀਰ ਤਾਂ ਬਿਜ਼ਨਸ 'ਚ ਬਹੁਤ ਐਕਸਪਰਟ ਹੈ, ਇਹਨਾਂ ਨੂੰ ਕਾਫੀ ਜ਼ਿਆਦਾ ਨੌਲੇਜ ਹੈ। ਸਾਡੇ ਦੋਵਾਂ ਦਾ ਤਾਂ ਇਹਨਾਂ ਦੇ ਬਰਾਬਰ ਕੁਝ ਹੈ ਹੀ ਨਹੀਂ ਮੁਕਾਬਲਾ। रणवीर, ਤੁਸੀਂ ਇਸ ਤਰ੍ਹਾਂ ਬਿਨਾਂ ਪੜੇ ਪੇਪਰ ਕਿੱਦਾਂ ਸਾਈਨ ਕਰ ਸਕਦੇ ਹੋ? ਹੁਣ ਅਸੀਂ ਕੀ ਕਰਾਂਗੇ, ਕਿੱਦਾਂ ਇਹ ਸਭ ਸਹੀ ਕਰਾਂਗੇ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਅਸਲ 'ਚ ਨਾ ਕੱਲ ਜੋ ਇੱਥੇ ਸਭ ਕੁਝ ਹੋ ਰਿਹਾ ਸੀ ਉਹਦੇ ਕਰਕੇ ਰਣਵੀਰ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ। ਪਰ ਦੇਸ਼ੋ, ਤੂੰ ਤਾਂ ਪੇਪਰ ਰੀਡ ਕਰ ਸਕਦੀ ਸੀ ਨਾ, ਤੈਨੂੰ ਕਰਨੇ ਚਾਹੀਦੇ ਸੀਗੇ। ਅਸੀਂ ਤਾਂ 2 ਵਾਰ ਆਏ ਆ ਪੇਪਰਸ ਇੱਥੇ ਲੈ ਕੇ, ਕਾਫੀ ਲੰਬਾ ਚਿਰ ਅਸੀਂ ਇੰਤਜ਼ਾਰ ਵੀ ਕੀਤਾ, ਪਰ ਇਹ ਪੇਪਰ ਰੀਡ ਕਰ ਹੀ ਨਹੀਂ ਪਾਈ। ਬਹੁਤ ਜ਼ਿਆਦਾ ਨਾ ਬਿਜ਼ੀ ਲੱਗ ਰਹੀ ਸੀ। ਐਕਚੁਅਲ 'ਚ ਨਾ ਦੇਸ਼ੋ ਦਾ ਸਾਰਾ ਧਿਆਨ ਰਣਵੀਰ ਵੱਲ ਹੈ, ਪਰ ਬਿਜ਼ਨਸ ਵੀ ਚੱਲਦੇ ਰਹਿਣਾ ਚਾਹੀਦਾ ਨਾ, ਉਹ ਵੀ ਤਾਂ ਜ਼ਰੂਰੀ ਹੈ ਨਾ। ਹੁਣ ਇਹਦੇ ਵਿੱਚ ਮੇਰੀ ਤੇ ਅਰਮਾਨ ਦੀ ਕੋਈ ਗਲਤੀ ਨਹੀਂ ਹੈ, ਇਹ ਸਭ ਗਲਤੀ ਨਾ ਦੇਸ਼ੋ ਦੀ ਹੈ। ਨਾਲੇ ਵੈਸੇ ਵੀ ਕਹਿੰਦੇ ਨਾ ਜ਼ਿੰਦਗੀ ਕਦੇ ਕਿਸੇ ਲਈ ਰੁਕਦੀ ਹੈ ਤੇ ਨਾ ਹੀ ਕੋਈ ਕੰਮ।
ਦੇਸ਼ੋ ਤੇ ਰਣਵੀਰ ਨੂੰ ਨਾ ਕੰਮ 'ਚ ਧਿਆਨ ਦੇਣ ਦਾ ਸਮਾਂ ਮਿਲਣਾ ਨਹੀਂ ਹੈ ਮੈਨੂੰ ਲੱਗਦਾ। ਪਰ ਫਿਰ ਵੀ ਨਾ ਲੱਗ ਇਸ ਤਰ੍ਹਾਂ ਰਿਹਾ ਕਿ ਜਿਵੇਂ ਨਾ ਤੁਸੀਂ ਸਭ ਥੱਕ ਚੁੱਕੇ ਹੋ। ਦੇਸ਼ੋ ਥੱਕ ਗਈ ਹੈ, ਰਣਵੀਰ ਥੱਕ ਗਿਆ ਆ। ਪਰ ਇਹ ਸਭ ਦਾ ਅਸੀਂ ਬਿਜ਼ਨਸ ਤੇ ਅਸਰ ਨਹੀਂ ਨਾ ਪਾ ਸਕਦੇ। ਬਿਜ਼ਨਸ ਦਾ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ। ਹੁਣ ਚਾਹੇ ਘਰ 'ਚ ਕੋਈ ਠੀਕ ਹੈ ਜਾਂ ਨਹੀਂ ਹੈ, ਕੋਈ ਕੰਮ ਵੱਲ ਧਿਆਨ ਦੇ ਪਾ ਰਿਹਾ ਨਹੀਂ, ਇਹ ਸਭ ਕਾਰਨ ਜਾਂ ਐਕਸਕਿਊਜ਼ ਨਹੀਂ ਲੱਗ ਸਕਦੇ ਬਿਜ਼ਨਸ ਤੇ। ਨਾਲੇ ਮੇਰੇ ਤੇ ਅਰਮਾਨ ਦੇ ਕੋਲ ਨਾ ਕੋਈ ਇਨੀ ਅਥਾਰਟੀ ਨਹੀਂ ਹੈ ਕਿ ਅਸੀਂ ਡਿਸੀਜਨ ਲੈ ਪਾਈਏ। ਸਾਨੂੰ ਹਰ ਵਾਰ ਨਾ ਅਪਰੂਵਲਸ ਲਈ ਸਾਈਨ ਦੇ ਲਈ ਤੁਹਾਡੇ ਕੋਲ ਆਉਣਾ ਪੈਂਦਾ ਬਾਰ-ਬਾਰ। ਪਰ ਹੋ ਕੀ ਰਿਹਾ ਇੱਥੇ? ਤੁਸੀਂ ਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਹੋਏ, ਬਿਜ਼ੀ ਹੋ। ਦੇਸ਼ੋ ਰਣਵੀਰ ਦਾ ਨਾ ਅਲਟਰਨੇਟ ਟ੍ਰੀਟਮੈਂਟ ਫਾਈਂਡ ਆਊਟ ਕਰ ਰਹੀ ਹੈ, ਪਰ ਉਹਦੇ ਨਾਲ ਦੇਸ਼ੋ ਨੂੰ ਰਣਵੀਰ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਨਾਲ ਪੂਰਬ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਰਣਵੀਰ, ਮੈਨੂੰ ਪਤਾ ਆ ਕਿ ਤੁਸੀਂ ਆਪਣੀ ਡਿਸੇਬਿਲਿਟੀ ਕਰਕੇ ਨਾ ਬਹੁਤ ਜ਼ਿਆਦਾ ਅਪਸੈਟ ਤੇ ਹਰਟ ਫੀਲ ਕਰ ਰਹੇ ਹੋ। ਇਵਨ ਆਈ ਫੀਲ ਸੌਰੀ ਫॉर ਯੂ। ਪਰ ਮੈਂ ਕੀ ਕਰਾਂ? ਹੁਣ ਕਾਰਨ ਕੋਈ ਵੀ ਹੋਵੇ, ਇਸ ਚੀਜ਼ ਦਾ ਵੀ ਇਲਜ਼ਾਮ ਨਾ ਮੈਂ ਆਪਣੇ ਉੱਤੇ ਨਹੀਂ ਲੈ ਸਕਦੀ। ਮੇਰਾ ਇਹਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈਗਾ ਆ। ਜੋ ਵੀ ਜ਼ਿੰਮੇਵਾਰੀ ਚੱਕਣੀ ਹੈ ਨਾ ਤੁਸੀਂ ਦੋਵੇਂ ਚੱਕੋਗੇ, ਤੇ ਜੋ ਵੀ ਉੱਤੇ ਖਰਚਾ ਹੁੰਦਾ ਆ ਜਾਂ ਜੋ ਵੀ ਨੁਕਸਾਨ ਹੈ ਨਾ, ਮੈਂ ਆਪਣੀ ਜੇਬ ਚੋਂ ਨਹੀਂ ਭਰ ਸਕਦੀ। 1 ਰੁਪਿਆ ਮੈਂ ਆਪਣੀ ਜੇਬ ਚੋਂ ਨਹੀਂ ਦਵਾਂਗੀ, ਖਾਸ ਕਰਕੇ ਉਦੋਂ ਜਦ ਮੇਰੇ ਕੋਲ ਕੋਈ ਪੈਸਾ ਵੀ ਨਾ ਆਇਆ ਹੋਵੇ। ਸਿੰਪਲ ਪਲੀਜ਼ ਥੋੜਾ ਸ਼ਾਂਤ ਹੋ ਜਾ। ਉਹ ਸਮਝ ਗਏ ਨੇ ਕਿ ਉਹਨਾਂ ਦੀ ਗਲਤੀ ਆ। ਅਸੀਂ ਰਲ ਕੇ ਠੀਕ ਕਰ ਲਵਾਂਗੇ ਨਾ ਸਭ ਕੁਝ। ਨਹੀਂ ਅਰਮਾਨ, ਰਹਿਣ ਦਿਓ ਤੁਸੀਂ ਪਲੀਜ਼। ਤੁਸੀਂ ਤਾਂ ਵਿੱਚ ਨਾ ਇੰਟਰਫੇਅਰ ਨਾ ਕਰੋ। ਮੈਨੂੰ ਇਹਨਾਂ ਦੋਵਾਂ ਦੇ ਨਾਲ ਗੱਲ ਕਰ ਲੈਣ ਦਿਓ। ਹਾਂ, ਤੇ ਤੁਸੀਂ ਦੋਵੇਂ ਹੁਣ ਜ਼ਿੰਮੇਵਾਰ ਹੋ, ਤੇ ਜੇ ਤੁਸੀਂ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਨਾ, ਕਰ ਲਓ। ਮੈਂ ਤਾਂ ਨਹੀਂ ਕਰ ਰਹੀ। ਸਿੰਪਲ ਆਮ ਸੋ ਸੌਰੀ। ਮੈਨੂੰ ਨਹੀਂ ਪਤਾ ਕਿ ਸਿੰਪਲ ਨੇ ਐਵੇਂ ਰਿਐਕਟ ਕਿਉਂ ਕੀਤਾ। ਮੈਂ ਤਾਂ ਖੁਦ ਤੁਹਾਨੂੰ ਸਾਰੇ ਪੈਸੇ ਦੇ ਦਿੰਦਾ, ਪਰ ਸੈਡਲੀ ਮੇਰੇ ਕੋਲ ਇੰਨੀ ਅਮਾਉਂਟ ਹੀ ਨਹੀਂ ਹੈਗੀ। ਤੇ ਟੈਨਸ਼ਨ ਨਾ ਲਓ, ਮੈਂ ਤੁਹਾਡੇ ਨਾਲ ਖੜਾ ਆ। ਮੈਂ ਨਾ ਆਪ ਜਾਊਂਗਾ ਕਲਾਇੰਟ ਦੇ ਕੋਲ ਜਾਊਂਗਾ ਤੇ ਡੀਲ ਚੇਂਜ ਕਰਵਾ ਕੇ ਆਊਂਗਾ। ਕੋਈ ਫਿਕਰ ਨਾ ਕਰੋ, ਠੀਕ ਹੈ? ਤੈਨੂੰ ਕੋਈ ਲੋੜ ਨਹੀਂ ਕਲਾਇੰਟ ਕੋਲ ਜਾਣ ਦੀ। ਮੈਂ ਇਸ ਸਭ ਬਾਰੇ ਆਪ ਉਹਦੇ ਨਾਲ ਗੱਲ ਕਰਾਂਗਾ। ਆਫਟਰ ਆਲ ਇਹ ਮੇਰੀ ਗਲਤੀ। ਮੈਂ ਹੀ ਬਿਨਾਂ ਰੀਡ ਕੀਤੇ ਪੇਪਰ ਸਾਈਨ ਕੀਤੇ। ਅਬ ਸਿੰਪਲ ਕਿਹੋ ਜਿਹੀ ਸੀ ਮੇਰੀ ਪਰਫਾਰਮੈਂਸ ਵਧੀਆ, ਬਹੁਤ ਵਧੀਆ। मतलब सिरा ला के रखता तू परफॉर्मेंस वाला ते अत करा के रखती। सच्ची जमा ही मजा ही आ गया मन ते। बस हुण इस तो बाद ना रणवीर नूं इस गल दा एहसास हो जाए कि उहदे कोल होर कोई ऑप्शन नहीं है। उहनूं अपना सारा बिजनेस ना सानू दोवां नूं देना पैना। आई मीन मेरे हत्थां च देण लई। मैडम ਤੁਹਾਨੂੰ ਐਂ ਨਹੀਂ ਲੱਗਦਾ ਕਿ ਤੁਸੀਂ ਬਹੁਤ ਛੇਤੀ ਬਹੁਤ ਸਾਰੀਆਂ ਉਮੀਦਾਂ ਲਾ ਕੇ ਬੈਠੇ ਹੋਏ ਹੋ? ਦੇਸ਼ੋ ਕਦੇ ਨਹੀਂ ਮੰਨੇਗੀ ਇਸ ਸਭ ਵਾਸਤੇ। ਉਹ ਜੋ ਮਰਜ਼ੀ ਕਰ ਲੈ, ਉਹਨੂੰ ਤਾਂ ਮੰਨਣਾ ਪੈਣਾ ਹੀ ਹੈ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਆਪਣੇ ਹਸਬੈਂਡ ਦੇ ਲਈ ਨਾ ਬੜਾ ਕੁਝ ਕਰਦੀ ਪਈ ਹੈ, ਬਹੁਤ ਕੋਸ਼ਿਸ਼ਾਂ ਕਰਦੀ ਪਈ ਹੈ। ਪਰ ਜਦ ਰਣਵੀਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਹ ਦੇਸ਼ੋ ਤੇ ਨਾ ਸਿਰਫ ਇੱਕ ਬੋਝ ਹੈ, ਬੋਝ, ਹੋਰ ਕੁਝ ਵੀ ਨਹੀਂ, ਤੇ ਇਸ ਗੱਲ ਤੋਂ ਬਾਅਦ ਨਾ ਉਹਨੂੰ ਆਪਣੇ ਆਪ ਉੱਤੇ ਹੋਰ ਤਰਸ ਆਏਗਾ। रणवीर होर चिड़चिड़ा होएगा ते देशो ये सब देख ही नहीं पाएगी। ओदी मानसिक हालत नूं ठीक करन दे विच उलझी रहेगी। बिजनेस वाला ओदा ध्यान ही कित्थे जाना है। फिर उस वेले ना देशो नूं एक मोढा चाहिदा होएगा अपना रोना रोन दे लई, ते उस वेले किहड़ा मोढा काम आएगा। तैयार हो जाओ। बिल्कुल ठीक कह रही है तू। चल चलिए। हेलो
मिस मेहता की हाल चाल? ਸੌਰੀ ਰਣਵੀਰ ਫੋਨ ਕੱਟਣ ਲਈ, ਪਰ ਤੁਸੀਂ ਇਹਨਾਂ ਨਾਲ ਗੱਲ ਕਿਉਂ ਕਰ ਰਹੇ ਹੋ? ਜੇ ਫੋਨ ਨਹੀਂ ਕਰਾਂਗੇ ਤਾਂ ਪ੍ਰੋਬਲਮ ਕਿਵੇਂ ਸੋਲਵ ਹੋਊਗੀ? ਗੱਲ ਤਾਂ ਕਰਨੀ ਪੈਣੀ। ਰਣਵੀਰ ਇਸ ਤਰ੍ਹਾਂ ਪ੍ਰੋਬਲਮ ਦਾ ਹੱਲ ਨਹੀਂ ਨਿਕਲੇਗਾ। ਨਾਲੇ ਇਸ ਕਲਾਇੰਟ ਨੂੰ ਨਾ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਇਹ ਸਾਡੀ ਗੱਲ ਇਸ ਤਰ੍ਹਾਂ ਨਹੀਂ ਮੰਨਣਗੇ। ਨਾਲੇ ਹੁਣ ਤੁਸੀਂ ਸਾਈਨ ਕਰ ਚੁੱਕੇ ਹੋ, ਜ਼ੁਬਾਨ ਦੇ ਚੁੱਕੇ ਹੋ, ਤੇ ਸਾਨੂੰ ਹੁਣ ਤੁਹਾਡੀ ਇਸ ਜ਼ੁਬਾਨ ਦਾ सम्मान ਰੱਖਣਾ ਪਏਗਾ। ਮੈਨੂੰ ਪਤਾ ਹੈ ਕਿ ਮੈਂ ਕੀ ਕੀਤਾ ਤੇ ਹੁਣ ਇਸ ਸਾਰੀ ਗੜਬੜ ਨੂੰ ਸਹੀ ਕਰਨ ਦੀ ਰਿਸਪੌਂਸਿਬਿਲਟੀ ਵੀ ਮੇਰੇ ਉੱਤੇ ਹੀ, ਤੇ ਮੈਨੂੰ ਉਹ ਕਰ ਲੈਣ ਦਿਓ। ਮੈਂ ਬਸ ਕਲਾਇੰਟ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹੁੰਦਾ। ਰਣਵੀਰ, ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਹੇ ਹੋ, ਪਰ ਰਣਵੀਰ ਗਲਤੀਆਂ ਕਿਹਦੇ ਕੋਲੋਂ ਨਹੀਂ ਹੁੰਦੀਆਂ, ਹਰ ਕਿਸੇ ਕੋਲੋਂ ਗਲਤੀਆਂ ਹੁੰਦੀਆਂ ਨੇ। ਲੋਕੀ ਤੇ ਵੱਡੀਆਂ ਗਲਤੀਆਂ ਕਰਦੇ ਨੇ, ਤੇ ਕੀ ਹੋਇਆ ਜੇ ਤੁਹਾਡੇ ਕੋਲੋਂ ਗਲਤੀ ਹੋ ਗਈ ਤੇ ਅਸੀਂ ਮਿਲ ਕੇ ਸਭ ਸਹੀ ਕਰ ਲਾਂਗੇ। ਮੈਂ ਕੀ ਸੋਚ ਰਹੀ ਹਾਂ ਨਾ ਕਿ ਇਸ ਵਾਰੀ ਅਸੀਂ ਸਾਰੇ ਪ੍ਰੋਡਕਟਸ, ਅਸੀਂ ਜਿਹੜੇ ਅਮਾਉਂਟ ਤੇ ਗੱਲ ਹੋਈ ਹੈ ਕਲਾਇੰਟ ਦੇ ਨਾਲ, ਉਸੇ ਅਮਾਉਂਟ ਤੇ ਆਪਣੇ ਪ੍ਰੋਡਕਟਸ ਦੇਈਏ। ਪਰ ਜੋ ਤੁਸੀਂ ਕਹਿ ਰਹੇ ਹੋ ਨਾ, ਉਸ ਹਿਸਾਬ ਨਾਲ ਸਾਨੂੰ ਕੰਪਨੀ ਤੋਂ ਪੈਸੇ ਚੱਕਣੇ ਪੈਣੇ ਨੇ, ਤੇ ਸਿੰਪਲ ਇਸ ਸਭ ਦੇ ਲਈ ਰਾਜ਼ੀ ਨਹੀਂ ਹੋਏਗੀ। ਨਹੀਂ ਰਣਵੀਰ, ਸਾਨੂੰ ਇਸ ਕੰਪਨੀ ਚੋਂ ਪੈਸੇ ਕਢਾਉਣ ਦੀ ਲੋੜ ਨਹੀਂ ਹੈ। ਅਸੀਂ ਹੋਰ ਕੰਪਨੀਆਂ ਤੋਂ ਪੈਸੇ ਲਵਾਂਗੇ। ਹੋਰ ਕੰਪਨੀਆਂ ਤੋਂ ਕੀ ਮਤਲਬ ਹੈ ਤੁਹਾਡਾ? ਮਤਲਬ ਕਿ ਸਾਡੀ ਬਾਕੀ ਦੀਆਂ ਕੰਪਨੀਆਂ ਤੋਂ। ਰਣਵੀਰ, ਇਸ ਵਾਰੀ ਅਸੀਂ ਇਹ ਲਾਸ ਚੱਲ ਲੈਂਦੇ ਹਾਂ, ਅਗਲੀ ਵਾਰੀ ਤੋਂ ਤੇ ਅਸੀਂ ਡੀਲ ਚੇਂਜ ਕਰ ਦੇਵਾਂਗੇ। ਇਸ ਤਰ੍ਹਾਂ ਤੇ ਅਸੀਂ ਵੀ ਇਸ ਡੀਲ ਨੂੰ ਜਾਰੀ ਨਹੀਂ ਕਰਾਂਗੇ। ਉਸ ਤੋਂ ਬਾਅਦ ਅਗਲੀਆਂ ਡੀਲਸ ਦੇ ਨਾਲ ਅਸੀਂ ਇਸ ਲਾਸ ਨੂੰ ਰਿਕਵਰ ਕਰ ਲਾਂਗੇ। ਇਸ ਕੰਪਨੀ ਨੇ ਤੇ ਕਿਹਾ ਸੀ ਕਿ ਜਦ ਵੀ ਇਨਵੈਸਟਮੈਂਟ ਦੀ ਲੋੜ ਹੋਵੇ ਤੇ ਸਾਨੂੰ ਦੱਸਣਾ। ਇਹਨਾਂ ਨੂੰ ਕੱਲ ਫੋਨ ਕਰਾਂਗੀ। ਤੁਸੀਂ ਕੁਝ ਚਾਹੀਦਾ ਸੀ? ਕੁਝ ਖਾਣ ਦਾ ਮਨ ਤੇ ਨਹੀਂ ਕਰ ਰਿਹਾ? ਨਹੀਂ ਮੈਂ ਓਕੇ। ਤੁਸੀਂ ਇੰਨੇ ਟਾਈਮ ਤੋਂ ਕੰਮ ਕਰ ਰਹੇ ਹੋ, ਤੁਹਾਨੂੰ ਆਰਾਮ ਕਰਨਾ ਚਾਹੀਦਾ। ਤੁਹਾਨੂੰ ਆਰਾਮ ਦੀ ਲੋੜ ਹੈ। ਨਹੀਂ ਮੈਂ ਬਿਲਕੁਲ ਠੀਕ ਹਾਂ। ਵੈਸੇ ਵੀ ਸਵੇਰ ਦੀ ਘਰੇ ਹੀ ਤੇ ਆ, ਹਾਲੇ ਨਾ ਮੇਰੇ ਚ ਬਹੁਤ એનર્ਜੀ ਬਾਕੀ ਹੈ। ਨਾਲੇ ਵੈਸੇ ਵੀ ਜਦ ਤੱਕ ਇਹ ਖਤਮ ਨਹੀਂ ਨਾ ਹੋ ਜਾਂਦਾ, ਉਦ ਤੱਕ ਮੈਂ ਕਿੱਦਾਂ ਸੋ ਸਕਦੀ ਹਾਂ। ਇੱਕ ਵਾਰੀ ਬਸ ਇਹਦਾ ਹੱਲ ਨਿਕਲ ਆਵੇ, ਫਿਰ ਮੈਂ ਸੋ ਜਾਵਾਂਗੀ। ਵੈਸੇ ਤੁਸੀਂ ਦਵਾਈ ਖਾ ਲਈ ਸੀ ਨਾ ਆਪਣੀ, ਵਿਟਾਮਿਨ ਦੀ ਗੋਲੀ ਜਿਹੜੀ ਮੈਂ ਦਿੱਤੀ ਸੀ ਤੁਹਾਨੂੰ? ਹਾਂਜੀ ਠੀਕ ਹੈ, ਆਓ ਮੈਂ ਤੁਹਾਨੂੰ ਲੇਟਣ ਚ ਹੈਲਪ ਕਰ ਦਿੰਦੀ। ਸਵੇਰੇ ਡਾਕਟਰ ਕੋਲ ਅਪਾਇੰਟਮੈਂਟ ਹੈ, ਟਾਈਮ ਨਾਲ ਸੋ ਜਿਓ, ਠੀਕ ਹੈ? ਮੈਂ ਤੁਹਾਡੇ ਨਾਲ ਬੈਠ ਕੇ ਤੁਹਾਡੀ ਮਦਦ ਕਰ ਸਕਦਾ? ਨਹੀਂ, ਬਿਲਕੁਲ ਵੀ ਨਹੀਂ। ਤੁਸੀਂ ਬਸ ਇੱਥੇ ਆਰਾਮ ਕਰੋਗੇ, ਬਾਕੀ ਸਾਰਾ ਕੰਮ ਮੈਂ ਆਪੇ ਕਰ ਲਾਂਗੀ। ਤੇ ਜੇ ਮੈਨੂੰ ਤੁਹਾਡੀ ਕਿਸੇ ਹੈਲਪ ਦੀ ਲੋੜ ਪਈ ਵੀ ਨਾ, ਤੇ ਮੈਂ ਬਿਲਕੁਲ ਹਿਚਕਿਚਾਉਂਗੀ ਨਹੀਂ ਤੁਹਾਡੀ ਹੈਲਪ ਲੈਣ ਲਈ, ਠੀਕ ਹੈ? ਹੁਣ ਤੁਸੀਂ ਆਰਾਮ ਨਾਲ ਸੋਵੋ, ਤੇ ਹਾਂ, ਜਲਦੀ ਸੋ ਜਿਓ। ਗੁੱਡ ਨਾਈਟ। ਗੁੱਡ ਨਾਈਟ। ਹੈਲੋ, ਹਾਂਜੀ ਸ਼ਰਮਾ ਜੀ, ਤੁਸੀਂ ਇੱਕ ਕੰਮ ਕਰੋ, 1,50 ਲੱਖ ਨਾ ਪ੍ਰੋਡਕਟ 3 ਦੇ ਕੰਪਨੀ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦਿਓ। ਹਾਂਜੀ, ਮੇਰਾ ਅਕਾਊਂਟੈਂਟ ਵਿੱਚ ਹੀ ਹੈ ਕਾਲ ਦੇ, ਉਹ ਸੁਣ ਰਿਹਾ। ਵਿਸ਼ਾਲ, ਜੇ ਤੈਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੇ ਤੂੰ ਇਹਨਾਂ ਦੇ ਨਾਲ ਕੋਆਰਡੀਨੇਟ ਕਰ ਲਈ। ਓਕੇ, ਥੈਂਕ ਯੂ। थैंक यू माया। भाभी एक गल कहा, जिन्नी मेहनत तुसी कर रहे हो ना, मैं अपने फाइनल एग्जाम च भी नहीं कीती सी जिन्नी तुसी हुण कर रहे हो। जे मैं भी पढ़ी लिखी होंदी ना,
ਤੇ ਮੈਨੂੰ ਵੀ ਹੁਣ ਇੰਨੀ ਮਿਹਨਤ ਨਹੀਂ ਕਰਨੀ ਪੈਣੀ ਸੀ। ਭਾਬੀ ਆਖਰ ਮੇਰੀ ਮਾਸਟਰਸ ਕਦੋਂ ਕੰਮ ਆਣੀ ਹੈ? ਮੈਂ ਬਿਜ਼ਨਸ ਮੈਨੇਜਮੈਂਟ ਚ ਮਾਸਟਰ ਕੀਤੀ ਹੈ। ਜੇ ਤੁਹਾਨੂੰ ਮੇਰੀ ਹੈਲਪ ਦੀ ਲੋੜ ਹੈ ਨਾ ਤੇ ਮੈਨੂੰ ਦੱਸੋ। ਹਾਂ ਜ਼ਰੂਰ, ਜੇ ਮੈਨੂੰ ਕਦੇ ਵੀ ਲੱਗਾ ਕਿ ਮੈਨੂੰ ਤੇਰੀ ਮਦਦ ਦੀ ਲੋੜ ਹੈ ਨਾ ਤੇ ਮੈਂ ਤੈਨੂੰ ਜ਼ਰੂਰ ਤੰਗ ਕਰਾਂਗੀ। ਮੈਨੂੰ ਲੱਗਦਾ ਹੈ ਕਿ ਹੁਣ ਕਾਫੀ ਰਾਤ ਹੋ ਗਈ ਹੈ, ਤੈਨੂੰ ਸੋਣਾ ਚਾਹੀਦਾ ਹੈ ਜਾ ਕੇ। ਭਾਬੀ ਰਾਤ ਤੇ ਵੈਸੇ ਤੁਹਾਡੇ ਵਾਸਤੇ ਵੀ ਹੋ ਗਈ ਹੈ ਨਾ, ਤੁਸੀਂ ਵੀ ਰੈਸਟ ਕਰ ਲਓ, ਮੈਂ ਤੁਹਾਡੀ ਹੈਲਪ ਕਰਾ ਦਿੰਨੀ ਆ, ਫਿਰ ਤੁਸੀਂ ਵੀ ਸੋ ਜਾਓ।